ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵੀ ਪੰਜਾਬ ਦੇ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਦੀ ਜਿਹੜੀ ਹੈਗੀ ਹੈ ਪ੍ਰਵਾਨਗੀ ਦੇ ਦਿੱਤੀ ਹੈ। ਪਰ ਇਸ ਦੇ ਪਿੱਛੇ ਅਸਲ ਸੱਚ ਕੀ ਹੈ ਉਸ ਬਾਰੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਸਰਕਾਰ ਦੇ ਜਿਹੜਾ ਕਾਰਜਕਾਲ ਦੇ 6 ਮਹੀਨੇ ਬਾਕੀ ਰਹਿ ਗਏ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਜਿਹੜੇ ਨੋਟਿਸ ਹੈ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈਗੀ ਹੈ ਦੇ ਦਿੱਤੀ ਗਈ ਕਿ ਨੋਟਿਸ ਜਾਰੀ ਕਰ ਦਿੱਤੇ ਜਾਣ। ਇਸ ਤੋਂ ਪਹਿਲਾਂ ਅਸੀਂ ਗੱਲ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗੇ ਪੰਜਾਬ ਦੇ ਵਿੱਚ ਚਰਚਾ ਛਿੜੀ ਹੋਈ ਸੀ ਕਿ ਪੰਜਾਬ ਸਰਕਾਰ ਇਹ ਸਮਝੌਤੇ ਰੱਦ ਕਰੇਗੀ ਜਾਂ ਨਹੀਂ ਕਰੇਗੀ। ਉਸ ਦੇ ਨਾਲ ਹੀ ਹੁਣ ਨਵੀਂ ਚਰਚਾ ਇੱਕ ਜਿਹੜੀ ਛਿੜ ਗਈ ਹੈ ਵੀ ਪੰਜਾਬ ਸਰਕਾਰ ਵੱਲੋਂ ਇਹ ਸਮਝੌਤੇ ਰੱਦ ਕਰਨ ਜਿਹੜੇ ਨੋਟਿਸ ਤਿਆਰ ਕੀਤੇ ਗਏ ਨੇ ਉਸ 'ਚ ਕਿਹੜੇ ਜਿਹੜੇ ਹੈਗੇ ਨੁਕਤੇ ਸਰਕਾਰ ਵੱਲੋਂ ਚੱਕੇ ਗਏ ਨੇ, ਕੀ ਉਹ ਨੁਕਤੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਿੱਚ ਸਫਲ ਰਹਿਣਗੇ? ਅਸੀਂ ਜਾਣਨਾ ਚਾਹਾਂਗੇ ਉਹ ਨੁਕਤੇ ਕੀ ਨੇ ਤੇ ਇਸ ਬਾਰੇ ਤੁਹਾਡੀ ਕੀ ਰਾਏ ਹੈ। ਦੇਖੋ, ਜਿਹੜਾ ਤੁਹਾਡਾ ਸਵਾਲ ਹੈ ਇਹ ਤੁਹਾਡਾ ਇਕੱਲਿਆਂ ਦਾ ਨਹੀਂ ਬਲਕਿ ਪੂਰੇ ਸਮੁੱਚੇ ਪੰਜਾਬ ਦਾ ਇਹ ਅੱਜ ਇੱਕ ਸਵਾਲ ਹੈਗਾ ਇਹ ਕਿ ਜਿਹੜੇ ਬਿਜਲੀ ਖਰੀਦ ਸਮਝੌਤੇ ਹੈ ਉਹ ਰੱਦ ਹੋਣਗੇ ਜਾਂ ਨਾ। ਇਹ ਕੁਐਸਚਨ ਮਾਰਕ ਹੈ ਇੱਕ। ਦੇਖੋ, ਪੰਜਾਬ ਸਰਕਾਰ ਨੇ ਤਕਰੀਬਨ 4.5 ਸਾਲ ਦਾ ਅਰਸਾ ਪੂਰਾ ਕਰਨ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ, ਟਰਮੀਨੇਟ ਕਰਨ ਲਈ ਜਿਹੜੇ ਨੋਟਿਸ ਦੇਣੇ ਹੈ ਉਹਨਾਂ 'ਤੇ ਆਪਣੀ ਸਹੀ ਹੈ ਜਿਹੜੀ ਪਾ ਦਿੱਤੀ ਹੈ, ਜਾਂ ਕਹਿ ਲਓ ਕਿ ਉਹਨਾਂ ਨੂੰ ਅਪਰੂਵਲ ਦੇ ਦਿੱਤੀ ਹੈ ਜੀ। ਤਾਂ ਮੁੱਖ ਮੰਤਰੀ ਨੇ ਪਿਛਲੀ ਲੰਘੀ ਜਿਹੜੀ 25 ਅਗਸਤ ਹੈ ਔਰ ਉਸ ਤੋਂ ਪਹਿਲਾਂ 18 ਅਗਸਤ ਨੂੰ ਅਲੱਗ-ਅਲੱਗ ਜਿਹੜੇ ਨੋਟਿਸ ਤਿਆਰ ਕੀਤੇ ਗਏ ਸੀਗੇ ਅਪਰੂਵਲ ਵਾਸਤੇ, ਉਹਨਾਂ 'ਤੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਹੈ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੀ 3 ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਸੀ, ਚੀਫ ਇੰਜੀਨੀਅਰਾਂ ਨੇ ਉਹਦੀ ਅਗਵਾਈ ਕੀਤੀ ਸੀ ਬਿਜਲੀ ਬੋਰਡ ਦੇ ਨੇ ਜੀ, ਅਤੇ ਉਹਨਾਂ ਨੇ ਆਪਣੀ ਰਿਕਮੈਂਡੇਸ਼ਨ ਹੈ ਜਿਹੜੀਆਂ ਉਹ ਪਾਵਰਕੌਮ ਦੇ CMD ਨੂੰ ਭੇਜੀਆਂ ਸੀ ਕਿ ਇਹ ਜਿਹੜੇ ਬਿਜਲੀ ਖਰੀਦ ਸਮਝੌਤੇ ਉਹ ਕਿੱਦਾਂ ਰੱਦ ਹੋ ਸਕਦੇ, ਉਹਨਾਂ ਦਾ ਕੀ ਜਿਹੜਾ ਬੇਸ ਹੈ ਉਹ ਹੋ ਸਕਦਾ ਹੈਗਾ। ਤਾਂ ਉਹਨਾਂ ਦੇ ਆਧਾਰ 'ਤੇ ਹੀ ਅੱਗੇ ਮੁੱਖ ਮੰਤਰੀ ਨੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਔਰ ਹੁਣ ਪਾਵਰਕੌਮ ਨੂੰ ਹਦਾਇਤਾਂ ਕੀਤੀਆਂ ਨੇ ਕਿ ਇਹ ਟਰਮੀਨੇਟ ਕਰਨ ਦੇ ਲਈ ਜਿਹੜੇ PPA ਹੈ, ਅਗਲੀ ਜਿਹੜੀ ਕਾਰਵਾਈ ਹੈ ਪ੍ਰਕਿਰਿਆ ਕਾਨੂੰਨੀ, ਉਸ ਨੂੰ ਸ਼ੁਰੂ ਕੀਤਾ ਜਾਵੇ ਜੀ। ਦੇਖਿਆ ਜਾਵੇ ਤਾਂ ਇਹ ਨੋਰਮਲ ਜੇ ਹੋਣਾ ਹੁੰਦਾ ਤਾਂ ਜਿਸ ਤਰ੍ਹਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਚੋਣਾਂ ਦੇ ਵਿੱਚ ਕਿ ਅਸੀਂ ਬਿਜਲੀ ਖਰੀਦ ਸਮਝੌਤੇ ਰਿਵਿਊ ਕਰਾਂਗੇ ਅਤੇ ਉਹਨਾਂ ਨੂੰ ਰੱਦ ਕਰਾਂਗੇ, ਤਾਂ ਅੱਜ ਤੋਂ 4.5 ਸਾਲ ਪਹਿਲਾਂ ਹੀ ਇਹ ਹੋ ਜਾਣਾ ਸੀਗਾ। 4.5 ਸਾਲ ਕਿਉਂ ਸਰਕਾਰ ਨੇ ਵੇਟ ਕੀਤੀ? ਸਰਕਾਰ ਨੇ ਇਸ ਉਡੀਕ ਦੇ ਵਿੱਚ ਲੋਕਾਂ 'ਤੇ ਮਹਿੰਗੀ ਬਿਜਲੀ ਦਾ ਕਿੰਨਾ ਬੋਝ ਪਿਆ, ਉਸ ਲਈ ਕੌਣ ਜ਼ਿੰਮੇਵਾਰ ਹੋਏਗਾ, ਉਸ ਲਈ ਕਿਸ ਦੀ ਜ਼ਿੰਮੇਵਾਰੀ ਜਿਹੜੀ ਫਿਕਸ ਕੀਤੀ ਜਾਵੇਗੀ। ਹੁਣ ਜਦੋਂ ਲੋਕਾਂ ਦਾ ਇੱਕ ਪ੍ਰੈਸ਼ਰ ਬਣਿਆ ਔਰ ਚੋਣਾਂ ਦੇ ਵਿੱਚ ਸਿਰਫ 6 ਮਹੀਨੇ ਬਾਕੀ ਰਹਿ ਗਏ ਨੇ, ਅਤੇ ਦੂਸਰਾ ਪਾਰਟੀ ਦੇ ਅੰਦਰੋਂ ਪ੍ਰੈਸ਼ਰ ਬਣਿਆ, ਜਿਹੜਾ ਨਵਜੋਤ ਸਿੱਧੂ ਦਾ ਧੜਾ ਹੈਗਾ ਉਸਨੇ ਵੀ ਇਸ ਮਿਸ਼ਨ ਨੂੰ ਚੁੱਕਿਆ ਹੋਇਆ। ਉਸ ਤੋਂ ਪਹਿਲਾਂ ਜਿਹੜੇ ਸੁਨੀਲ ਜਾਖੜ ਜੀ ਹੈ ਉਹ ਵੀ ਇਸ ਨੂੰ ਅਲੱਗ-ਅਲੱਗ ਪਲੇਟਫਾਰਮ 'ਤੇ ਚੁੱਕਦੇ ਰਹੇ ਹੈ, PPA ਨੂੰ ਪ੍ਰਾਇਓਰਟੀ 'ਤੇ ਲੈਂਦੇ ਰਹੇ ਨੇ। ਔਰ ਹੁਣ ਕਾਂਗਰਸ ਦੀ ਜਿਹੜੀ ਹਾਈ ਕਮਾਨ ਹੈ ਉਹਨਾਂ ਨੇ ਵੀ ਪ੍ਰੈਸ਼ਰਾਈਜ਼ ਕੀਤਾ ਔਰ ਆਪਣੇ ਜਿਹੜੇ 18 29 ਏਜੰਡਾ ਹੈ ਉਹਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਹੈਗਾ। ਤਾਂ ਇਹ ਪ੍ਰੈਸ਼ਰ ਬਣਨ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਨੇ ਇਸ ਰਾਹ ਜਿਹੜੇ ਉਹ ਚੀਫ ਮਿਨਿਸਟਰ ਹੈ ਉਹ ਪਏ ਨੇ ਜੀ। ਤਾਂ ਪਹਿਲਾਂ ਜਿਹੜੇ ਸਵਾਲ ਉੱਠਦੇ ਹੁੰਦੇ ਸੀ ਕਿ ਸਰਕਾਰ ਇਹਨਾਂ ਨੂੰ ਰੱਦ ਕਰੇਗੀ ਜਾਂ ਨਾ, ਹੁਣ ਕੁਐਸਚਨ ਰੇਜ਼ ਹੋਣ ਲੱਗੇ ਨੇ ਕਿ ਸਰਕਾਰ ਨੇ ਜਿਹੜਾ ਰਾਹ ਫੜਿਆ ਕੀ ਇਹ ਰੱਦ ਕਰਨ ਦਾ ਜਿਹੜਾ ਪ੍ਰਕਿਰਿਆ ਹੈਗੀ ਹੈ ਕੀ ਇਹ ਸਿਰੇ ਲੱਗੇਗੀ ਜਾਂ ਨਾ ਲੱਗੇਗੀ ਜੀ। ਕੀ ਲੋਕਾਂ ਨੂੰ ਮੌਜੂਦਾ ਕਾਂਗਰਸ ਦੇ ਰਾਜ ਭਾਗ ਦੇ ਦੌਰਾਨ ਕਿ ਸਸਤੀ ਬਿਜਲੀ ਮੁਹੱਈਆ ਹੋਏਗੀ ਜਾਂ ਨਹੀਂ ਹੋਏਗੀ, ਇਸ ਕਿਸਮ ਦੇ ਕੁਐਸਚਨ ਹੈ ਜਿਹੜੇ ਪੰਜਾਬ ਦੇ ਲੋਕ ਹੈ ਉਹ ਰੇਜ਼ ਕਰ ਰਹੇ ਨੇ। ਔਰ ਇਸ ਤੋਂ ਇਲਾਵਾ ਜਿਹੜੇ ਮਾਹਰ ਨੇ ਉਹ ਇਹ ਸ਼ੰਕੇ ਵੀ ਜ਼ਾਹਰ ਕਰ ਰਹੇ ਨੇ ਕਿ ਇਹ ਜਿਹੜੇ ਨੋਟਿਸ ਨੇ ਇਹ ਸਿਰਫ ਖਾਨਾ ਪੂਰਤੀ ਨੇ ਜਾਂ ਆਪਾਂ ਇਹ ਕਹਿ ਲਓ ਕਿ ਇਹ ਅੱਖਾਂ ਪੂੰਝਣ ਵਾਲੀ ਇੱਕ ਕਾਰਵਾਈ ਹੈ ਜੀ। ਤਾਂ ਸੱਚਮੁੱਚ ਜੇ ਅਸੀਂ ਇਹਨਾਂ ਨੋਟਿਸਾਂ ਦੀ ਇਬਾਰਤ ਦੇਖੀਏ ਤਾਂ ਇਹ ਜਿਹੜੇ ਸ਼ੰਕੇ ਹੈ ਉਹ ਸਾਨੂੰ ਸੱਚ ਜਾਪਦੇ ਹੈ। ਤਾਂ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰਾਂਗੇ ਕਿ ਜਿਹੜੇ ਨੋਟਿਸ ਪੰਜਾਬ ਸਰਕਾਰ ਨੇ ਤਿਆਰ ਕੀਤੇ ਹੈ, ਅਪਰੂਵ ਕੀਤੇ ਹੈ, ਜਿਨ੍ਹਾਂ 'ਤੇ ਅਜੇ ਹੋਰ ਲੀਗਲ ਓਪੀਨੀਅਨ ਅਜੇ ਲਿਆ ਜਾਣਾ ਬਾਕੀ ਹੈ, ਹਜੇ ਉਹਨਾਂ 'ਤੇ ਵੀ ਟਾਈਮ ਲੱਗੇਗਾ, ਕਿ ਉਹਨਾਂ ਦੇ ਵਿੱਚ ਕੀ ਕੀ ਚੀਜ਼ ਨੂੰ ਬੇਸ ਹੈ ਜਿਹੜਾ ਬਣਾਇਆ ਗਿਆ। ਇੱਕ ਤਾਂ ਇਹ ਦੇਖਾਂਗੇ, ਦੂਸਰਾ ਇਹ ਦੇਖਾਂਗੇ ਕਿ ਇਸ ਬੇਸ ਦੇ ਆਧਾਰ 'ਤੇ ਇਹ ਜਿਹੜੇ PPA ਹੈ ਕੀ ਇਹ ਟਰਮੀਨੇਟ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਨੇ। ਤਾਂ ਆਪਾਂ ਸਿਲਸਿਲੇਵਾਰ ਆਤਿਸ਼ ਇਸ ਗੱਲ ਨੂੰ ਸ਼ੁਰੂ ਕਰੀਏ
ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਤੋਂ। ਜੀ ਤਾਂ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਨੂੰ ਜਿਹੜੀ ਕੰਪਨੀ ਹੈ ਵਿਦਾਂਤਾ ਦਾ ਗਰੁੱਪ ਹੈ, ਤਾਂ ਉਹਨਾਂ ਨੂੰ ਜਿਹੜਾ ਇਹਨਾਂ ਨੇ ਨੋਟਿਸ ਦਿੱਤਾ ਹੈਗਾ, ਉਹਦੇ ਵਿੱਚ ਇਹਨਾਂ ਨੇ ਟਰਮੀਨੇਸ਼ਨ ਜਿਹੜਾ ਨੋਟਿਸ ਨਹੀਂ ਹੈਗਾ, ਉਹ ਹੈਗਾ ਸੈਲਰ ਡਿਫਾਲਟ ਨੋਟਿਸ। ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜੀ ਉਹਨਾਂ ਦੀ ਲੈਂਡਰ ਹੈ ਉਹਨਾਂ ਦਾ, ਉਸ ਨੂੰ ਨੋਟਿਸ ਕੀਤਾ ਗਿਆ ਹੈਗਾ। ਉਹਦੇ ਵਿੱਚ ਜਿਹੜਾ PPA ਸੀ, ਉਹਦੇ ਵਿੱਚ ਇੱਕ ਕਲਾਜ਼ ਹੈ ਕਿ ਜੇ ਕੋਈ ਥਰਮਲ ਪਲਾਂਟ 36 ਮਹੀਨਿਆਂ ਦੇ ਅੰਦਰ ਦੇ ਪੀਰੀਅਡ ਦੌਰਾਨ 12 ਮਹੀਨੇ ਸਟੇਟ ਨੂੰ, ਜਿਹੜਾ ਪਰਚੇਜ਼ਰ ਹੈ ਜਿਵੇਂ ਪਾਵਰਕੌਮ ਪਰਚੇਜ਼ ਕਰਦੀ ਬਿਜਲੀ, ਉਸ ਨੂੰ 12 ਮਹੀਨੇ ਜਿਹੜੀ ਪਾਵਰ ਅਵੇਲੇਬਿਲਿਟੀ ਹੈ ਉਹ 65% ਤੋਂ ਘੱਟ ਰੱਖਦਾ ਹੈ ਜੀ, ਤਾਂ ਉਸ ਨੂੰ ਜਿਹੜਾ ਨੋਟਿਸ ਦਿੱਤਾ ਜਾ ਸਕਦਾ ਹੈ। ਤਾਂ ਇਹ ਨੋਟਿਸ ਹੈ ਜਿਹੜਾ ਉਸ ਧਾਰਾ ਦੇ ਤਹਿਤ ਦਿੱਤਾ ਗਿਆ ਹੈ। ਉਹਦਾ ਕਾਰਨ ਇਹ ਹੈ ਕਿ ਮਾਰਚ ਮਹੀਨੇ ਦੇ ਵਿੱਚ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਦਾ ਜਿਹੜਾ ਇੱਕ ਯੂਨਿਟ ਹੈ ਉਹ ਬੰਦ ਹੋ ਗਿਆ ਸੀ। ਉਸ ਤੋਂ ਬਾਅਦ ਤੁਹਾਡੇ ਯਾਦ ਹੋਏਗਾ ਕਿ 2 ਯੂਨਿਟ ਫੇਰ ਬੰਦ ਹੋ ਗਏ ਸੀ, ਔਰ ਪੈਡੀ ਸੀਜ਼ਨ ਦੇ ਵਿੱਚ ਜਿੰਨੀ ਸਪਲਾਈ ਸਾਨੂੰ ਉਦੋਂ ਪੀਕ ਸੀਜ਼ਨ 'ਚ ਲੋੜੀ ਦੀ ਸੀ, ਉਹ ਇਸ ਥਰਮਲ ਪਲਾਂਟ ਨੇ ਨਹੀਂ ਦਿੱਤੀ ਸੀ। ਤਾਂ ਹੁਣ ਜਦੋਂ ਇਵੈਲੂਏਟ ਕੀਤਾ ਉਸ ਜਿਹੜੀ 3 ਮੈਂਬਰੀ ਕਮੇਟੀ ਨੇ, ਤਾਂ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜਾ ਇਹਦਾ ਪਾਵਰ ਅਵੇਲੇਬਿਲਿਟੀ ਰਹੀ ਹੈ ਇਸ ਥਰਮਲ ਦੀ, ਉਹ 64.4 ਰਹੀ ਹੈ, ਮਤਲਬ 65% ਤੋਂ ਘੱਟ ਰਹੀ ਹੈ। ਇਸ ਕਰਕੇ ਇਸ ਨੂੰ ਨੋਟਿਸ ਦਿੱਤਾ ਜਾ ਸਕਦਾ ਹੈ। ਹੁਣ ਇਸ ਨੋਟਿਸ ਦੇ ਨਾਲ ਹੋਏਗਾ ਕੀ, ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ। ਤਾਂ ਇਸ ਨੋਟਿਸ ਦੇ ਵਿੱਚ ਇਹ ਹੈਗਾ ਕਿ ਜੇ ਪੰਜਾਬ ਸਰਕਾਰ ਦੀ ਗੱਲ ਜਾਂ ਪਾਵਰਕੌਮ ਦੀ ਗੱਲ ਐਜ਼ ਇਟ ਸਿਰੇ ਚੜ੍ਹ ਜਾਂਦੀ ਹੈਗੀ ਹੈ ਕਿ ਇਸ ਦੀ ਗੱਲ ਨੂੰ ਸੱਚੀ ਮੰਨ ਲਿਆ ਜਾਵੇ ਵਿਦਾਂਤਾ ਗਰੁੱਪ ਬੰਨਿਓ, ਤਾਂ ਇਹਨਾਂ ਜਿਹੜੇ ਫਿਕਸ ਚਾਰਜ ਅਸੀਂ ਦਿੰਨੇ ਆ ਥਰਮਲਾਂ ਨੂੰ, ਖੜਿਆਂ ਦੇ ਪੈਸੇ ਦਿੰਨੇ ਆ, ਤਾਂ ਉਹਦੇ ਵਿੱਚ 20% ਦੀ ਕਟੌਤੀ ਹੋ ਜਾਏਗੀ। ਜਿਹੜਾ ਸਾਡਾ ਫਿਕਸ ਚਾਰਜ ਅਸੀਂ ਤਾਰੇ ਨੇ ਉਹ 'ਚ 20% ਘਟ ਜਾਣਗੇ। ਉਹ ਇਹ ਨਹੀਂ ਕਿ ਅੱਗੇ 20 ਸਾਲਾਂ ਲਈ ਘਟ ਜਾਣਗੇ ਜਾਂ 10 ਸਾਲਾਂ ਲਈ ਘਟ ਜਾਣਗੇ, ਉਹ ਸਿਰਫ 12 ਮਹੀਨੇ ਦਾ ਪੀਰੀਅਡ ਕਿ ਜਦੋਂ ਉਹਨਾਂ ਦੀ ਪਾਵਰ ਅਵੇਲੇਬਿਲਿਟੀ ਘਟ ਰਹੀ ਹੈ ਉਸ ਟਾਈਮ ਦੇ ਜਿਹੜੇ ਪੈਸੇ ਉਹ ਘਟਣਗੇ। ਤਾਂ ਇੱਕ ਅੰਦਾਜ਼ੇ ਦੇ ਅਨੁਸਾਰ ਤਕਰੀਬਨ ਉਹ 300 ਕਰੋੜ ਰੁਪਏ ਬਣਦਾ ਹੈ। ਇਹ ਤਾਂ ਗੱਲ ਇਹ ਹੈ ਕਿ ਵੀ ਜੇ ਇਹਨਾਂ ਦਾ ਨੋਟਿਸ ਮੈਚਿਓਰ ਹੁੰਦਾ ਹੈ ਔਰ ਕੋਈ ਅੜਿੱਕਾ ਨਹੀਂ ਪੈਂਦਾ ਕਾਨੂੰਨੀ, ਤਾਂ ਇਹਨਾਂ ਨੂੰ ਜਿਹੜੀ ਫਿਕਸ ਚਾਰਜ ਦਿੱਤੇ ਹੋਏ ਨੇ ਆਲਰੇਡੀ, ਉਹਦੇ ਵਿੱਚੋਂ 300 ਕਰੋੜ ਰੁਪਏ ਦਾ ਜਿਹੜਾ ਅੱਗੇ ਇੱਕ ਕੱਟ ਹੈ ਜਿਹੜਾ ਉਹ ਲੱਗ ਜਾਏਗਾ, ਉਹਦੀ ਬਚਤ ਹੋ ਜਾਏ, ਆਪਾਂ ਇਹ ਕਹਿ ਲਈਏ ਕਿ ਉਹ ਇੰਨਾ ਕੁ ਫਾਇਦਾ ਹੋ ਜਾਏਗਾ। ਪਰ ਹੁਣ ਆਪਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ ਇੰਨਾ ਆਪਾਂ ਲਾਈਟਲੀ ਨਹੀਂ ਲੈਣਾ ਚਾਹੀਦਾ। 300 ਕਰੋੜ ਦਾ ਮਾਮਲਾ ਹੋਵੇ ਤੇ ਉਹ ਚੁੱਪ ਕਰਕੇ ਬੈਠ ਜਾਣਗੇ, ਜਿੰਨਾ ਜਿਸ ਤਰ੍ਹਾਂ ਉਹਨਾਂ ਦਾ ਟਰੈਕ ਰਿਕਾਰਡ ਰਿਹਾ ਹੈ। ਜੇ ਉਹ ਆਪਣੀ ਉੱਥੇ ਦਲੀਲ ਮਨਾ ਲੈਂਦੇ ਨੇ, ਆਪਣੀ ਗੱਲ ਉਹ ਲੌਜਿਕ ਦੇਣਗੇ, ਉਹ ਕਹਿਣਗੇ ਕਿਉਂ ਅਸੀਂ 12 ਮਹੀਨੇ ਤੁਹਾਨੂੰ ਬਿਜਲੀ ਨਹੀਂ ਦੇ ਸਕੇ। ਉਹ ਕਹਿਣਗੇ ਜੀ ਕਿ ਕੋਵਿਡ ਦੀ ਸੈਕਿੰਡ ਜਿਹੜੀ ਵੇਵ ਹੈ ਉਹ ਸਿਖਰ 'ਤੇ ਸੀ, ਅਤੇ ਸਾਡਾ ਚਾਈਨਾ ਦਾ ਪਲਾਂਟ ਹੈ, ਸਾਡੇ ਜਿਹੜੇ ਇੰਜੀਨੀਅਰ ਹੈ ਉਹ ਵੀ ਚਾਈਨਾ ਤੋਂ ਆਉਣੇ ਸੀਗੇ, ਜਿਹੜਾ ਸਾਡਾ ਸਾਜੋ ਸਮਾਨ ਹੈ ਜੋ ਉਪਕਰਨ ਹੈ ਉਹ ਵੀ ਚਾਈਨਾ ਤੋਂ ਆਉਣੇ ਸੀਗੇ। ਤਾਂ ਸਾਡੇ ਕੋਲ ਇਹ ਤਾਂ ਕੁਦਰਤੀ ਇੱਕ ਆਫਤ ਵਾਂਗ ਵਰਗੀ ਗੱਲ ਸੀਗੀ, ਮਹਾਮਾਰੀ ਹੈ, ਅਤੇ ਇਹਦੇ ਵਿੱਚ ਸਾਡਾ ਕੋਈ ਪਰਸਨਲ ਫਾਲਟ ਹੈ ਨਹੀਂ, ਇਸ ਕਿਸਮ ਦੀਆਂ ਪਰਿਸਥਿਤੀਆਂ ਬਣੀਆਂ ਹੋਈਆਂ ਸੀ। ਤਾਂ ਉਹ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਬਚ ਸਕਦੇ ਨੇ, ਕਿਉਂਕਿ ਉਹਨਾਂ ਦਾ ਪਿਛਲਾ ਇਤਿਹਾਸ ਵੀ ਇਸ ਕਿਸਮ ਦਾ ਤਲਵੰਡੀ ਸਾਬੋ ਦਾ ਰਿਹਾ ਹੈ। ਇੱਕ ਵਾਰੀ ਆਤਿਸ਼ ਉੱਥੇ 2017 ਦੇ ਵਿੱਚ ਉੱਥੋਂ ਦੇ ਕੋਲ ਪਲਾਂਟ ਨੂੰ ਅੱਗ ਲੱਗ ਗਈ ਸੀਗੀ, ਤਾਂ ਉਦੋਂ ਵੀ ਪਾਵਰਕੌਮ ਨੇ ਕਿਹਾ ਸੀ ਕਿ ਤੁਹਾਨੂੰ ਅਸੀਂ ਫਾਈਨ ਕਰਾਂਗੇ, ਤਾਂ ਫਾਈਨ ਕੀਤਾ ਵੀ ਸੀ। ਤਾਂ ਉਹਨਾਂ ਨੂੰ ਉਦੋਂ ਵੀ ਕੋਰਟ 'ਚੋਂ ਸਟੇ ਲੈ ਲਈ ਸੀ, ਉਹਨਾਂ ਨੂੰ ਫਾਈਨ ਹੈ ਜਿਹੜਾ ਭਰਨਾ ਨਹੀਂ ਸੀ ਪਿਆ, ਕਿਉਂਕਿ ਉਹ ਕਹਿੰਦੇ ਤਾਂ ਕੁਦਰਤੀ ਆਫਤ ਹੈ, ਅੱਗ ਤਾਂ ਕਿਤੇ ਵੀ ਲੱਗ ਸਕਦੀ ਹੈ। ਫਿਰ ਸੈਕਿੰਡ ਟਾਈਮ ਜਦੋਂ ਆਇਆ ਸੀ, ਕਿ ਤੁਹਾਡੇ ਚੇਤੇ ਹੋਏਗਾ ਕਿ ਜਦੋਂ ਕਿਸਾਨਾਂ ਨੇ ਉਹਨਾਂ ਦੇ ਟਰੈਕ ਰੋਕੇ ਸੀ ਪ੍ਰਾਈਵੇਟ ਥਰਮਲਾਂ ਦੇ, ਤਾਂ ਉਦੋਂ ਕੋਲਾ ਨਹੀਂ ਸੀ ਮੁਹੱਈਆ ਹੋ ਸਕਿਆ, ਅਤੇ ਉਦੋਂ ਵੀ ਥਰਮਲ ਬੰਦ ਰਹੇ। ਤਾਂ ਪਾਵਰਕੌਮ ਨੇ ਉਸ ਟਾਈਮ ਦੱਸਦੇ ਨੇ ਵੀ ਉਦੋਂ ਵੀ ਫਾਈਨ ਪਾਇਆ ਸੀਗਾ, ਪਰ ਉਸ ਟਾਈਮ ਵੀ ਉਹ ਸਾਫ਼ ਬਚ ਕੇ ਨਿਕਲ ਗਏ ਸੀ। ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਜੀ, ਕਿ ਸਾਡੀਆਂ ਜਿਹੜੀਆਂ ਲਾਈਨਾਂ 'ਤੇ ਫਾਰਮਰ ਬੈਠੇ ਸੀਗੇ, ਅਸੀਂ ਕੋਲਾ ਕਿਵੇਂ ਸਪਲਾਈ ਸਾਡੇ ਕੋਲ ਆ ਸਕਦੀ ਸੀ। ਤਾਂ ਇਹ ਤਰਕ ਦੇ ਕੇ ਉਹ ਬਚ ਗਏ ਸੀ। ਹਾਲਾਂਕਿ ਕੋਲੇ ਦੀ ਅਵੇਲੇਬਿਲਿਟੀ ਜਿੰਨੇ ਦਿਨਾਂ ਦੀ ਚਾਹੀਦੀ ਹੈ ਉਸ ਟਾਈਮ ਦੀ ਹੈ ਨਹੀਂ ਸੀ। ਅਗਰ ਉਹਨਾਂ ਕੋਲ ਪੂਰੇ ਦਿਨਾਂ ਦਾ ਕੋਲਾ ਹੁੰਦਾ ਤਾਂ ਚਾਹੇ ਟਰੈਕ ਤਾਂ ਬਹੁਤ ਥੋੜ੍ਹੇ ਦਿਨ ਰੋਕਿਆ ਸੀਗਾ, ਤਾਂ ਉਹਨੇ ਟਾਈਮ ਥਰਮਲ ਆ ਜਿਹੜਾ ਚੱਲ ਸਕਦਾ ਸੀ। ਤਾਂ ਇਸ ਚੀਜ਼ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਹੈਗਾ ਕਿ ਜੇ ਤਲਵੰਡੀ ਸਾਬੋ ਥਰਮਲ ਦਾ ਜਿਹੜਾ ਨੋਟਿਸ ਦਿੱਤਾ ਜਾ ਰਿਹਾ ਹੈ, ਜਿਹਦੀ ਤਿਆਰੀ ਕੀਤੀ ਗਈ ਹੈ, ਜਿਹਨੂੰ ਮੁੱਖ ਮੰਤਰੀ ਨੇ ਅਪਰੂਵ ਕੀਤਾ ਹੈ, ਜੇ ਸਿਰੇ ਵੀ ਲੱਗ ਜਾਏਗਾ ਤਾਂ ਸਾਨੂੰ ਸਿਰਫ 20% ਕਟੌਤੀ ਫਿਕਸ ਚਾਰਜ 'ਚ 12 ਮਹੀਨਿਆਂ ਦੇ 300 ਕਰੋੜ ਰੁਪਏ ਦੀ ਹੋਏਗੀ। ਅਗਰ ਕੋਈ ਅੜਿੱਕਾ ਜਿਹੜੀ ਉਹ ਕੰਪਨੀ ਵਿਦਾਂਤਾ ਗਰੁੱਪ ਨਹੀਂ ਪਾਉਂਦਾ, ਜੇ ਕੋਰਟ 'ਚ ਚਲੇ ਗਏ ਫਿਰ ਰੱਬ ਰਾਖਾ। ਅਤੇ ਦੂਸਰੀ ਅਸੀਂ ਗੱਲ ਕਰਦੇ ਹਾਂ, ਸਾਡੇ ਕੋਲ ਹੈਗਾ ਜੀ ਤੁਹਾਡਾ ਰਾਜਪੁਰਾ ਥਰਮਲ ਪਲਾਂਟ, ਜਿਹਨੂੰ ਨਾਭਾ ਪਾਵਰ ਪਲਾਂਟ ਦਾ ਵੀ ਨਾਮ ਅਸੀਂ ਦਿੰਦੇ ਹੈਗੇ ਹਾਂ। ਤਾਂ ਇਹਨਾਂ ਨੂੰ ਤਾਂ ਉਹਨਾਂ ਨੇ ਟਰਮੀਨੇਸ਼ਨ ਨੋਟਿਸ ਲਿਖੇ ਹੀ ਨਹੀਂ, ਉਹਨਾਂ ਨੂੰ ਤਾਂ ਰੀਵਿਜ਼ਿਟਿੰਗ ਨੋਟਿਸ ਦਿੱਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰਨਾ ਚਾਹੁੰਦੇ ਹਾਂ,
ਇਹਨਾਂ ਟਰਮਸ ਦੇ ਉੱਪਰ ਤੁਸੀਂ ਕਰੋ। ਉਹਨਾਂ ਲਈ ਤਾਂ ਭਾਸ਼ਾ ਹੀ ਇਹ ਵਰਤੀ ਗਈ ਹੈ ਉਸ ਨੋਟਸ ਦੇ ਵਿੱਚ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਟਰਮੀਨੇਟ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਬੇਨਤੀ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹੈਗੇ ਆ ਕਿ ਸਾਡੇ ਨਾਲ ਤੁਸੀਂ ਟੇਬਲ ਤੇ ਆਓ ਜੀ। ਤੇ ਟੇਬਲ ਤੇ ਉਹ ਕਿੱਦਾਂ ਆਣਗੇ, ਬਿਲਕੁਲ, ਕਿਉਂਕਿ ਪੀਪੀਏ 'ਚ ਕਿਤੇ ਇਸ ਕਿਸਮ ਦੀ ਕੋਈ ਕਲਾਜ਼ ਨਹੀਂ ਹੈਗੀ ਹੈ। ਤਾਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਜਿਹੜੇ ਕਾਰਪੋਰੇਟ ਟੈਕਸ ਹੈ ਪਿਛਲੇ ਦਿਨ ਤਰਕ ਹੀ ਦਿੱਤਾ ਗਿਆ ਹੈ ਕਿ ਉਹ ਘਟੇ ਨਹੀਂ, ਕਿ ਤੁਹਾਡੇ ਜਿਹੜੇ ਬੈਂਕਿੰਗ ਦੇ ਚਾਰजेस ਹੈਗੇ ਨੇ ਜਾਂ ਬੈਂਕਾਂ ਦੇ ਰੇਟ ਨੇ ਉਹ ਘਟੇ ਨਹੀਂ। ਇਸ ਕਰਕੇ ਉਸ ਕਟੌਤੀ ਨੂੰ ਦੇਖਦੇ ਹੋਏ ਤੁਸੀਂ ਸਾਡੇ ਬਿਜਲੀ ਦੇ ਰੇਟ ਵੀ ਘਟਾਓ, ਜੀ। ਇਹ ਤਰਕ ਦਿੱਤਾ ਗਿਆ ਹੈ। ਦੇਖੋ ਜਦੋਂ ਚੇਂਜ ਆਫ ਲਾ ਦਾ ਇੱਥੇ ਉਹਦੇ ਦਾਇਰੇ ਵਿੱਚ ਇਹ ਗੱਲ ਆਉਂਦੀ ਹੋਈ ਜੀ, ਤਾਂ ਪਾਵਰਕਾਮ ਦਾ ਹੱਥ ਉੱਪਰ ਹੋ ਸਕਦਾ ਹੈਗਾ। ਦੂਸਰਾ ਉਹਨਾਂ ਨੂੰ ਇਹ ਕਿਹਾ ਗਿਆ ਨੁਕਤਾ ਕਿ ਤੁਸੀਂ ਜਿਹੜੀ ਪੈਡੀ ਸੀਜ਼ਨ ਦੇ ਵਿੱਚ ਪੀਕ ਸੀਜ਼ਨ ਹੋਏਗੀ ਕਿ ਸਾਨੂੰ ਉਦੋਂ ਬਿਜਲੀ ਦੀ ਜਿਹੜੀ ਅਵੇਲੇਬਿਲਟੀ ਹੈ ਉਹ 95% ਤੱਕ ਕਰਕੇ ਦਿਓ। ਜੀ। ਤਾਂ ਇਹ ਦੋ ਨੁਕਤੇ ਹੈ ਉਹਨਾਂ ਨਾਲ ਇਹ ਰੇਜ਼ ਕੀਤੇ ਗਏ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਉਹਨਾਂ ਨਾਲ ਕੋਈ ਸਸਤੀ ਬਿਜਲੀ ਉਹਨਾਂ ਦੇ ਫਿਕਸ ਚਾਰਜ ਬਾਰੇ ਕੋਈ ਗੱਲ ਨਹੀਂ ਕਰ ਰਹੇ ਔਰ ਉਹਨਾਂ ਨੂੰ ਅਸੀਂ ਰੀਬਿਸਟਿੰਗ ਦਾ ਨੋਟਿਸ ਦੇ ਰਹੇ ਹਾਂ, ਉਹਨਾਂ ਨੂੰ ਟਰਮੀਨੇਸ਼ਨ ਦਾ ਨੋਟਿਸ ਦੇ ਹੀ ਨਹੀਂ ਰਹੇ, ਤਾਂ ਉਹ ਕਿੱਦਾਂ ਗੱਲ ਹੈ ਜਿਹੜੀ ਸਿਰੇ ਲੱਗੇਗੀ। ਤੀਸਰਾ ਥਰਮਲ ਆਉਂਦਾ ਸਾਡੇ ਕੋਲ ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ ਦੇ ਵਿੱਚ ਤਰਕ ਦਿੱਤਾ ਜਾ ਰਿਹਾ ਕਿ ਤੁਹਾਡੀ ਜਿਹੜੀ ਬਿਜਲੀ ਹੈ ਉਹ ਪਾਵਰਕਾਮ ਨੂੰ ਬਹੁਤ ਮਹਿੰਗੀ ਪੈਂਦੀ ਹੈ ਔਰ ਪਿਛਲੇ 3 ਸਾਲ ਦਾ ਡਾਟਾ ਦਿੱਤਾ ਕਿ ਤੁਹਾਨੂੰ ਅਸੀਂ 10 ਰੁਪਏ ਯੂਨਿਟ ਤੁਹਾਡੀ ਬਿਜਲੀ ਪਈ, ਉਸ ਤੋਂ ਪਹਿਲਾਂ 7 ਰੁਪਏ ਯੂਨਿਟ ਪਈ, ਉਸ ਤੋਂ ਪਹਿਲਾਂ 6.5 ਰੁਪਏ ਯੂਨਿਟ ਪਈ, ਕਿ ਤੁਹਾਡੀ ਬਿਜਲੀ ਬਹੁਤ ਮਹਿੰਗੀ ਹੈ ਔਰ ਸਾਨੂੰ ਨੈਸ਼ਨਲ ਐਕਸਚੇਂਜ 'ਚੋਂ ਇਹੀ ਬਿਜਲੀ ਹੈ ਜਿਹੜੀ ਉਹ 3 ਜਾਂ 4 ਰੁਪਏ ਮਿਲਦੀ ਹੈਗੀ ਹੈ। ਤਾਂ ਫਿਰ ਅਸੀਂ ਤੁਹਾਡੇ ਕੋਲ ਮਹਿੰਗੀ ਬਿਜਲੀ ਕਿਉਂ ਲਵਾਂਗੇ? ਇਹ ਲੌਜਿਕ ਜਿਹੜਾ ਹੈਗਾ ਖੜਾ ਕੀਤਾ ਗਿਆ ਹੈਗਾ। ਪਰ ਉਹ ਆਪਣਾ ਲੌਜਿਕ ਇਹ ਰੱਖ ਸਕਦੇ ਜਿਸ ਤਰ੍ਹਾਂ ਆਪਣੇ ਪਬਲਿਕ ਸੈਕਟਰ ਦੇ ਥਰਮਲਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਬਿਜਲੀ ਮਹਿੰਗੀ ਪੈਂਦੀ ਹੈ, ਤਾਂ ਉਹ ਉਹਨਾਂ ਤੋਂ ਅਸੀਂ ਸਭ ਤੋਂ ਘੱਟ ਬਿਜਲੀ ਲੈਂਦੇ ਹਾਂ ਗੋਇੰਦਵਾਲ ਸਾਹਿਬ ਤੋਂ। ਉਹ ਕਹਿੰਦੇ ਜਦੋਂ ਸਾਡੇ ਕੋਲ ਤੁਸੀਂ ਬਿਜਲੀ ਲੈ ਹੀ ਨਹੀਂ ਰਹੇ ਤਾਂ ਨੈਚੁਰਲੀ ਹੈ ਕਿ ਮਹਿੰਗੀ ਪਏਗੀ ਉਹ ਬਿਜਲੀ। ਜੇ ਰੈਗੂਲਰ ਦੂਸਰੇ ਵਾਂਗੂ ਲਓ ਤਾਂ ਹੋ ਸਕਦਾ 10 ਰੁਪਏ ਨਾ ਪਵੇ, ਘੱਟ ਪਵੇ, ਤਲਵੰਡੀ ਵਾਂਗ ਜਾਂ ਤੁਹਾਡੇ ਰਾਜਪੁਰਾ ਥਰਮਲ ਪਲਾਂਟ ਵਾਂਗ। ਇਹ ਉਹਨਾਂ ਦਾ ਲੌਜਿਕ ਹੈ। ਪਰ ਉਹ ਵੀ ਇਸ ਲੌਜਿਕ ਤੇ ਬਚ ਸਕਦੇ ਨੇ ਕਿ ਸਾਡੇ ਕੋਲ ਜਦੋਂ ਲੈ ਹੀ ਨਹੀਂ ਰਹੇ ਪੂਰੀ ਮਾਤਰਾ ਦੇ ਵਿੱਚ ਬਿਜਲੀ ਇਹ। ਹਾਲਾਂਕਿ ਦੂਜਿਆਂ ਨੂੰ ਤਾਂ ਟੈਂਡਰ ਕਰਕੇ ਦਿੱਤੇ ਗਏ ਨੇ, ਪੀਪੀਏ ਹੋਏ ਨੇ, ਇਹਨਾਂ ਨਾਲ ਤਾਂ ਐਮਓਯੂ ਸਾਈਨ ਹੋਇਆ ਜਿਹਦੇ ਵਿੱਚ ਕੋਈ ਬਿਜਲੀ ਦਾ ਰੇਟ ਵੀ ਨਹੀਂ ਤੈਅ ਕੀਤਾ ਗਿਆ ਸਰਕਾਰ ਨੇ। ਫਿਕਸ ਚਾਰਜ ਵੀ ਅਸੀਂ ਉਹਨਾਂ ਨੂੰ ਜ਼ਿਆਦਾ ਦੇ ਰਹੇ ਹਾਂ ਗੋਇੰਦਵਾਲ ਸਾਹਿਬ ਨੂੰ। ਅਤੇ ਚੌਥਾ ਜਿਹੜਾ ਨੋਟਿਸ ਦੇ ਰਹੇ ਹਾਂ ਉਹ ਅਸੀਂ ਦਮੋਦਰ ਵੈਲੀ ਕਾਰਪੋਰੇਸ਼ਨ ਹੈ ਜਿਹੜੀ, ਕਿਉਂਕਿ ਉਹਦੇ ਤਾਂ ਪੀਪੀਏ ਦੇ ਵਿੱਚ ਹੀ ਲਿਖਿਆ ਕਿ ਤੁਸੀਂ 5 ਸਾਲ ਬਾਅਦ ਹੈ ਜਿਹੜਾ ਉਹ ਇਸ ਨੂੰ ਰਿਵਿਊ ਕਰ ਸਕਦੇ ਹਾਂ। ਤਾਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਸੀਂ ਤੁਹਾਡੇ ਕੋਲੋਂ ਬਿਜਲੀ ਲੈਣੀ ਨਹੀਂ, ਤੁਹਾਡੀ ਬਿਜਲੀ ਮਹਿੰਗੀ ਹੈ, ਸਾਨੂੰ ਨੈਸ਼ਨਲ ਐਕਸਚੇਂਜ 'ਚੋਂ ਜਿਹੜੀ ਬਿਜਲੀ ਆ ਉਹ ਸਸਤੀ ਮਿਲ ਰਹੀ ਹੈ। ਸੋ ਇਹ 4 ਨੋਟਿਸ ਹੈ ਜਿਹੜੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਹਜੇ ਮੁੱਖ ਮੰਤਰੀ ਨੇ ਪ੍ਰਵਾਨ ਕੀਤਾ, ਜਿਨ੍ਹਾਂ ਪਿੱਛੇ ਇਹ ਤਰਕ ਦਿੱਤੇ ਗਏ ਨੇ। ਤਾਂ ਇਹਨਾਂ ਨੂੰ ਜਦੋਂ ਮਾਹਰਾਂ ਨੇ ਨਜ਼ਰ ਮਾਰੀ ਹੈ, ਚਾਹੇ ਉਹ ਲੀਗਲ ਦੇ ਨੇ ਚਾਹੇ ਇਹਨਾਂ ਦੇ ਪਾਵਰਕਾਮ ਦੇ ਮਾਹਰ ਨੇ, ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਲੱਗਦਾ ਹੈਗਾ ਕਿ ਜੇ ਮੌਜੂਦਾ ਲੌਜਿਕ ਦੇ ਬਿਹਾਫ 'ਤੇ ਗੌਰਮੈਂਟ ਇਹ ਨੋਟਿਸ ਦਿੰਦੀ ਹੈਗੀ ਹੈ ਤਾਂ ਉਹਨਾਂ ਦੇ ਹੱਥ ਪੱਲੇ ਪੈਣ ਵਾਲਾ ਕੁਛ ਨਹੀਂ। ਔਰ ਪਤਾ ਲੱਗੇ ਕਿ ਕਾਰਪੋਰੇਟ ਘਰਾਣੇ ਆ ਜਿਹੜੇ ਇਹਨਾਂ ਨੋਟਿਸਾਂ ਦੀ ਇਬਾਰਤ ਤੋਂ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਕਿਤੇ ਵੀ ਝਲਕ ਨਹੀਂ ਪੈਂਦੀ ਕਿ ਉਹਨਾਂ ਲਈ ਇਹ ਘਾਟੇ ਦਾ ਜਿਹੜਾ ਸੌਦਾ ਮਿਲ ਸਕਦਾ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ 4 ਇਹ ਨੋਟਿਸ ਦਿੱਤੇ ਜਾਣ ਵਾਲੇ ਸੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਵੀ ਕਿ ਉਸ ਨੋਟਿਸਾਂ ਵਿੱਚ ਕੀ ਕੁਝ ਹੈ। ਪਰ ਇਸ ਦੇ ਨਾਲ ਹੀ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਵੀ ਕਿ ਇਹ ਬਿਜਲੀ ਸਮਝੌਤੇ ਜਿਹੜੇ ਹੋਏ ਸੀ, ਬਿਜਲੀ ਖਰੀਦ ਸਮਝੌਤੇ ਕੀਤੇ ਗਏ ਸੀ, ਉਹਨਾਂ ਨੂੰ ਸਮਝੌਤਿਆਂ ਨੂੰ ਕਰਨ ਲਈ ਜਿਹੜੇ ਉਸ ਸਮੇਂ ਦੇ ਮੌਜੂਦਾ ਲੋਕ ਸੀ, ਅਫਸਰ ਸੀ, ਰਾਜਸੀ ਆਗੂ ਸੀ, ਉਹਨਾਂ ਦੀ ਵੀ ਜਿਹੜੀ ਜਵਾਬਦੇਹੀ ਬਣਦੀ ਹੈ ਕਿ ਇਹਨਾਂ ਨੋਟਿਸਾਂ ਵਿੱਚ ਕਿਤੇ ਉਹਨਾਂ ਦੀ ਜਵਾਬਦੇਹੀ ਦੇ ਵੀ ਜ਼ਿਕਰ ਕੀਤਾ ਗਿਆ ਵੀ ਕਿ ਜਿਨ੍ਹਾਂ ਨੇ ਇਹ ਬਿਜਲੀ ਸਮਝੌਤੇ ਕੀਤੇ ਨੇ ਉਹਨਾਂ ਦੀ ਵੀ ਕੋਈ ਜਵਾਬਦੇਹੀ ਤੈਅ ਕਰਨ ਦੀ ਗੱਲ ਕੀਤੀ ਹੈ। ਦੇਖੋ ਨੋਟਿਸਾਂ ਦੇ ਵਿੱਚ ਤਾਂ ਕੀ ਕਰਨੀ ਸੀ, ਪਰ ਉੱਦਾਂ ਵੀ ਸਰਕਾਰ ਕਿਸੇ ਵੀ ਪਲੇਟਫਾਰਮ 'ਤੇ ਇਹ ਗੱਲ ਹਜੇ ਕਰ ਹੀ ਨਹੀਂ ਰਹੀ ਕਿ ਅਸਲ 'ਚ ਜਿਹੜੇ ਇੰਨੇ ਫਾਲਟ ਵਾਲੇ ਜਿਹੜੇ ਸਮਝੌਤੇ ਕੀਤੇ ਗਏ ਇਹਦੇ ਲਈ ਆਖਰ ਜ਼ਿੰਮੇਵਾਰ ਕੌਣ ਹੈ। ਇਹ ਤਾਂ ਕਿਸੇ ਵੀ ਪਲੇਟਫਾਰਮ 'ਤੇ ਗੱਲ ਨਹੀਂ ਹੋ ਰਹੀ। ਵਾਈਟ ਪੇਪਰ ਜਾਰੀ ਹੋਣਾ ਸੀ, ਅੱਜ ਤੱਕ ਵਾਈਟ ਪੇਪਰ ਨਹੀਂ ਜਾਰੀ ਹੋਣਾ, ਕਿਉਂਕਿ ਵਾਈਟ ਪੇਪਰ ਦੇ ਵਿੱਚ ਹੀ ਜ਼ਿੰਮੇਵਾਰੀ ਫਿਕਸ ਹੋਣੀ ਸੀਗੀ। ਤਾਂ ਸਭ ਤੋਂ ਪਹਿਲਾਂ ਅਸੀਂ ਜੇ ਦੇਖੀਏ ਤਾਂ ਪਹਿਲਾਂ ਤਾਂ ਮਰਜ਼ੀ ਫੜਦੇ ਹੈਗੇ ਨਾ ਅਸੀਂ, ਡਾਕਟਰ ਕੋਲ ਵੀ ਜਾਂਦੇ ਤਾਂ ਡਾਇਗਨੋਸ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈਗਾ। ਤਾਂ ਪਹਿਲਾਂ ਸਾਡਾ ਇਹ ਦੇਖਣਾ ਪਏਗਾ ਕਿ ਫਲਾਹ ਕਿੱਥੇ ਰਹੇ ਨੇ, ਇਹ ਕਿਉਂ ਥਰਮਲ ਪਲਾਂਟ ਲਾਉਣ ਦੀ ਲੋੜ ਪਈ, ਉਹਦੇ ਪਿੱਛੇ ਕੀ ਲੌਜਿਕ ਦਿੱਤੇ ਗਏ ਸੀਗੇ। ਤਾਂ ਸਭ ਤੋਂ ਪਹਿਲਾਂ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ, 2002 ਤੋਂ ਲੈ ਕੇ 2007 ਵਾਲੀ ਅਤੇ 2006 ਦੇ ਆਸ-ਪਾਸ। ਤਾਂ ਉਦੋਂ ਇਹ ਗੱਲ ਚੱਲੀ ਸੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਥਰਮਲ ਲਾਏ ਜਾਣ। ਤਾਂ ਆਤਿਸ਼ ਇਹ ਤਾਂ ਇੱਕ ਬੜੀ ਸਮਝ ਪੈਂਦੀ ਹੈ ਹਰ ਕਿਸੇ ਨੂੰ ਗੱਲ ਕਿ ਪਹਿਲਾਂ ਇਹ ਦੇਖਣਾ ਪਏਗਾ ਕਿ ਤੁਹਾਡੇ ਕੋਲ ਜਿਹੜੇ ਪਬਲਿਕ ਸੈਕਟਰ ਦੇ ਥਰਮਲ ਹੈ ਉਹਨਾਂ ਦੀ ਕੀ ਪਰਫਾਰਮੈਂਸ ਹੈ। ਕੀ ਉਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਨਿਲ ਚਲੀ ਗਈ ਹੈ, ਕੀ ਉਹ ਨੀਵੇਂ ਆ ਗਈ ਹੈ, ਉਹਦੀ ਪਰਫਾਰਮੈਂਸ ਕਾਰਗੁਜ਼ਾਰੀ ਵਧੀਆ ਨਹੀਂ ਦਿਖਾ ਰਹੇ, ਕੀ ਉਹਨਾਂ ਦੇ ਖਰਚੇ ਜ਼ਿਆਦਾ ਪੈ ਰਹੇ ਨੇ।
ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਤਾਂ ਨੈਸ਼ਨਲ ਅਵਾਰਡ ਵੀ ਮਿਲੇ ਨੇ ਉਹਦੀ ਪਰਫਾਰਮੈਂਸ ਦੇ ਆਧਾਰ ਤੇ, ਜਦੋਂ ਥਰਮਲ ਪਬਲਿਕ ਸੈਕਟਰ ਦੇ ਆਲਰੇਡੀ ਅੱਛੇ ਚੱਲ ਰਹੇ ਸੀਗੇ ਜੀ। ਤਾਂ ਉਸ ਤੋਂ ਬਾਅਦ 2006 ਚ ਇਹਨਾਂ ਨੇ ਗੱਲ ਵੀ ਕੀਤੀ ਕਿ ਅਸੀਂ ਨਵੇਂ ਥਰਮਲ ਲਾਉਣੇ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਕਿ 2000 ਮੈਗਾਵਾਟ ਦੇ। ਤਾਂ ਉਦੋਂ ਵੀ ਪਾਵਰਕੌਮ ਨੇ ਆਪਣੀ ਇਹ ਗੱਲ ਕਹੀ ਸੀਗੀ, ਰੱਖੀ ਸੀਗੀ ਟੇਬਲ ਤੇ, ਕਿ ਇੱਕ ਪਬਲਿਕ ਸੈਕਟਰ ਦਾ ਥਰਮਲ ਲਾਇਆ ਜਾਵੇ, ਇੱਕ ਪ੍ਰਾਈਵੇਟ ਲਾ ਲਓ ਤੁਸੀਂ ਜੀ। ਤਾਂ ਉਸ ਟਾਈਮ ਦੋਨੇ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਦਿੱਤੇ ਕਿ ਦੋਨੇ ਥਰਮਲ ਆ ਜਿਹੜੇ ਉਹ ਪ੍ਰਾਈਵੇਟ ਸੈਕਟਰ ਦੇ ਲੱਗਣਗੇ। ਪਰ ਇੰਨਾ ਚੰਗਾ ਸੀ ਕਿ ਸਿਰਫ 2000 ਮੈਗਾਵਾਟ ਦੀ ਉਦੋਂ ਗੱਲ ਕੀਤੀ ਗਈ ਸੀ ਕਿ 2000 ਮੈਗਾਵਾਟ ਦੇ ਲਾਵਾਂ, ਕਿਉਂਕਿ ਇਹਨਾਂ ਕੋਲ ਪਿਛਵਾੜਾ ਕੋਲ ਮਾਈਨ ਸੀਗੀ। ਇਹਨਾਂ ਨੂੰ ਇਹ ਸੀਗਾ ਕਿ ਉੱਥੋਂ ਬਿਜਲੀ ਹੈ ਜਿਹੜੀ ਉਹ ਸਾਨੂੰ ਸਸਤੀ ਮਿਲਦੀ ਹੈ ਅਤੇ ਬਿਜਲੀ ਪੰਜਾਬ ਦੇ ਲੋਕਾਂ ਨੂੰ ਅਸੀਂ ਸਸਤੀ ਦੇਵਾਂਗੇ। ਉਸ ਤੋਂ ਬਾਅਦ ਜਿਹੜੀ ਗੱਠਜੋੜ ਸਰਕਾਰ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਬਿਜਲੀ ਸਰਪਲਸ ਕਰਾਂਗੇ, ਅਸੀਂ ਸਰਪਲਸ ਬਿਜਲੀ ਈਵਨ ਦੂਸਰੇ ਮੁਲਕਾਂ ਨੂੰ ਵੇਚਾਂਗੇ, ਗੁਆਂਢੀਆਂ ਮੁਲਕਾਂ ਨੂੰ, ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਬਿਜਲੀ ਸਸਤੀ ਦੇਵਾਂਗੇ। ਹੁਣ ਮੈਨੂੰ ਇਹ ਤਾਂ ਨਹੀਂ ਪਤਾ ਕਿ ਅਸੀਂ ਗੁਆਂਢੀ ਮੁਲਕਾਂ ਨੂੰ ਹੁਣ ਤੱਕ ਕਿੰਨੀ ਬਿਜਲੀ ਵੇਚ ਚੁੱਕੇ ਹਾਂ, ਪਰ ਇਹ ਇੰਨਾ ਜ਼ਰੂਰ ਪਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਮਹਿੰਗੀ ਬਿਜਲੀ ਨੇ ਤਰਾਹ ਕੱਢ ਕੇ ਰੱਖਤਾ। ਤਾਂ ਸਭ ਤੋਂ ਵੱਡਾ ਇਸ਼ੂ ਪੰਜਾਬ ਦੇ ਵਿੱਚ ਅੱਜ ਮਹਿੰਗੀ ਬਿਜਲੀ ਦਾ ਜਿਹੜਾ ਬਣਿਆ ਹੋਇਆ ਹੈ। ਤਾਂ ਇਹਨਾਂ ਨੇ ਆ ਕੇ ਸਮਝੌਤੇ ਆ ਜਿਹੜੇ ਉਹ ਇੱਕ ਤਾਂ ਵੱਧ ਉਹਦੇ ਕਰ ਲਏ ਕੈਪੈਸਿਟੀ ਦੇ, ਅਤੇ ਇਹ ਦੂਸਰਾ ਜਿਹੜਾ ਹੈਗਾ ਇਹਨਾਂ ਨੇ ਬੜੀ ਤੱਦੀ ਦਿਖਾਈ। ਤਾਂ ਉਸ ਟਾਈਮ ਪੰਜਾਬ ਸਰਕਾਰ ਦਾ ਇਹ ਲੌਜਿਕ ਸੀ ਕਿ ਸਾਡੇ ਕੋਲੇ ਜਿਹੜੇ ਪਬਲਿਕ ਸੈਕਟਰ 'ਚ ਥਰਮਲ ਲਾਉਣ ਲਈ ਜਿੰਨੀ ਇਨਵੈਸਟਮੈਂਟ ਲੋੜੀਦੀ ਹੈ, ਜਿੰਨਾ ਪੈਸਾ ਲੋੜੀਦਾ, ਸਾਡੇ ਕੋਲ ਉਹ ਪੈਸਾ ਨਹੀਂ ਜੀ, ਅਤੇ ਇੱਕ ਸਾਨੂੰ ਜ਼ਰੂਰਤ ਹੋਣਾ ਹੈ ਬਿਜਲੀ ਦੀ ਜਲਦੀ। ਤਾਂ ਦੇਖਿਆ ਜਾਵੇ ਆਤਿਸ਼ ਅਤੇ ਪੰਜਾਬ ਸਰਕਾਰ ਨੇ ਤਾਂ ਕਦੇ ਨਹੀਂ ਬਿਜਲੀ ਦੇ ਵਿੱਚ ਪੈਸਾ ਲਾਇਆ। ਜਦੋਂ ਵੀ ਥਰਮਲ ਪ੍ਰਾਈਵੇਟ ਲੱਗੇ ਨੇ ਹੁਣ ਵੀ, ਤਾਂ ਇਹ 'ਚ ਪੰਜਾਬ ਸਰਕਾਰ ਦੀ ਤਾਂ ਕੋਈ ਭੂਮਿਕਾ ਨਹੀਂ ਜੀ। ਜਾਂ ਪਹਿਲਾਂ ਵੀ ਪਾਵਰ ਲੱਗੇ ਨੇ, ਲਹਿਰਾ ਮੁਹੱਬਤ ਲੱਗਿਆ, ਰੋਪੜ ਲੱਗਿਆ, ਦੂਸਰੇ ਲੱਗੇ ਨੇ, ਉਹਨਾਂ 'ਚ ਵੀ ਪੰਜਾਬ ਸਰਕਾਰ ਦੇ ਕੋਈ ਫਾਈਨਾਂਸ ਤਾਂ ਕਰਦੇ ਨਹੀਂ। ਬਿਜਲੀ ਬੋਰਡ ਦੇ ਕੋਲ ਆਪਣੇ ਰਿਸੋਰਸਿਸ ਹੈਗੇ ਨੇ, ਆਪਣੇ ਉਹ ਲੋਨ ਲੈਣ, ਚਾਹੇ ਖਪਤਕਾਰਾਂ ਤੋਂ ਲੈਣ, ਅੱਗੇ ਉਹਨਾਂ ਨੇ ਉਹਦੇ ਵਿੱਚ ਹੀ ਸਰਵਿਸ ਦੇਣੀ ਹੁੰਦੀ ਹੈ ਲੋਕਾਂ ਨੂੰ ਜੀ। ਅਤੇ ਪੰਜਾਬ ਦਾ ਫਾਈਨਾਂਸ ਤਾਂ ਉਹਦੇ ਵਿੱਚ ਉਸ ਤਰੀਕੇ ਨਾਲ ਇਨਵੋਲਵ ਨਹੀਂ ਹੁੰਦਾ। ਤਾਂ ਇਹਨਾਂ ਨੇ ਇਹ ਲੌਜਿਕ ਦਿੱਤਾ। ਦੂਸਰਾ ਇਹਨਾਂ ਨੇ ਕਾਹਲੀ ਵਾਲਾ ਲੌਜਿਕ ਦਿੱਤਾ ਕਿ ਸਾਨੂੰ ਬੜੇ ਜਲਦੀ ਚਾਹੀਦੇ ਸੀਗੇ। ਦੇਖਿਆ ਜਾਵੇ 2012 'ਚ ਚੱਲਣ ਵਾਲੇ ਪ੍ਰਾਈਵੇਟ ਥਰਮਲ ਪਲਾਂਟ 2014 'ਚ ਚੱਲਦੇ ਨੇ, ਔਰ ਜਿਹੜੇ PPA ਨੇ ਉਹਨਾਂ ਵਿੱਚ ਇੱਕ ਕਲਾਜ਼ ਹੈ ਕਿ ਜੇ ਤੁਸੀਂ ਨਿਸ਼ਚਿਤ ਸਮੇਂ 'ਤੇ ਤੁਹਾਡਾ ਥਰਮਲ ਨਹੀਂ ਚੱਲਦਾ ਦਿੱਤੇ ਇਕਰਾਰ 'ਤੇ, ਤਾਂ ਤੁਸੀਂ ਉਹਨਾਂ ਨੂੰ ਫਾਈਨ ਕਰ ਸਕਦੇ ਹੋ। ਤਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਫਾਈਨ ਵੀ ਕੀਤੇ, ਬਾਅਦ 'ਚੋਂ ਕੋਰਟ ਚਲੇ ਗਏ, ਉਹ ਸਾਰੇ ਫਾਈਨ ਮਾਫ ਹੋ ਗਏ ਜੀ। ਤਾਂ ਇਹ ਵੱਡੀ ਗੱਲਾਂ ਨਹੀਂ ਕਿ ਪਹਿਲਾਂ ਵੀ ਅਸੀਂ ਕਿਤੇ ਵੀ ਜਦੋਂ ਵੀ ਪੈਨਲਟੀ ਲੱਗਦੀ ਰਹੀ ਉਹ ਕੋਰਟ ਚਲੇ ਜਾਂਦੇ ਅਤੇ ਮਾਫ ਹੋ ਜਾਂਦੇ ਨੇ। ਹੁਣ ਕੋਲ ਬਾਇਸ਼ਿੰਗ ਦੇ ਪਿੱਛੇ ਆਪਾਂ ਗੱਲ ਕੀਤੀ ਸੀਗੀ ਕਿ ਉਹਦਾ 3400 ਕਰੋੜ ਰੁਪਈਆ ਸਾਨੂੰ ਦੇਣਾ ਪੈ ਗਿਆ ਹੈਗਾ, ਅਤੇ ਵਾਈਟ ਪੇਪਰ ਹੈ ਜਿੱਥੋਂ ਅਸੀਂ ਕਹਿੰਦੇ ਹਾਂ ਕਿ ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਕਿ ਜੋ ਤੁਸੀਂ ਗੱਲ ਜਿਸ ਤਰ੍ਹਾਂ ਸ਼ੁਰੂ ਕੀਤੀ ਸੀਗੀ, ਅਤੇ ਜ਼ਿੰਮੇਵਾਰੀ ਤਾਂ ਫਿਕਸ ਹੋਈ ਨਾ ਫਿਰ। ਬਿਲਕੁਲ ਅਸੀਂ ਠੀਕ ਹੈ ਉਹਨੂੰ ਟਰਮੀਨੇਸ਼ਨ, ਇਹ ਤਾਂ ਮੰਨ ਲਿਆ ਕਿ ਅਸੀਂ ਟਰਮੀਨੇਸ਼ਨ ਕਰਨ ਦੇ ਰਾਹ ਪੈ ਗਏ ਹਾਂ, ਪਰ ਜਿਹੜੇ ਇਹਦੇ ਲਈ ਜ਼ਿੰਮੇਵਾਰ ਹੈ, ਚਾਹੇ ਉਹ ਨੀਤੀ ਘਾੜੇ ਨੇ, ਚਾਹੇ ਉਹ ਆਫੀਸਰ ਨੇ, ਉਹ ਕੌਣ ਜ਼ਿੰਮੇਵਾਰੀ ਫਿਕਸ ਕਰੇਗਾ? ਪੰਜਾਬ ਦੇ ਲੋਕਾਂ ਨੂੰ ਉਹ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਨਾ ਕਿ ਕਿਹੜੇ ਕਿਹੜੇ ਅਧਿਕਾਰੀ ਹੈ ਇਹਦੇ ਲਈ ਜ਼ਿੰਮੇਵਾਰ ਨੇ, ਅਤੇ ਕਿਹੜੇ ਕਿਹੜੇ ਪੋਲੀਟੀਸ਼ੀਅਨ ਇਹਦੇ ਲਈ ਜ਼ਿੰਮੇਵਾਰ ਨੇ, ਅਤੇ ਪਰਦੇ ਦੇ ਪਿੱਛੇ ਇਹ ਏਡਾ ਵੱਡਾ ਘਪਲਾ ਹੋਇਆ ਕਿਵੇਂ। ਇਹ ਚੀਜ਼ਾਂ ਦਾ ਸਾਰਾ ਲੋਕਾਂ ਦੇ ਸਾਹਮਣੇ ਜਿਹੜਾ ਜਵਾਬ ਹੈ ਸਰਕਾਰ ਨੂੰ ਰੱਖਣਾ ਚਾਹੀਦਾ ਹੈ ਜੀ। ਹੁਣ ਚਰਨਜੀਤ ਜੀ, ਵੱਡਾ ਸਵਾਲ ਇਹ ਖੜਾ ਹੁੰਦਾ, ਮਾਹਰ ਵੀ ਇਹ ਗੱਲ ਕਹਿ ਰਹੇ ਨੇ ਵੀ ਕਿ ਜੇਕਰ ਬਿਜਲੀ ਖਰੀਦ ਸਮਝੌਤੇ ਰੱਦ ਹੋ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਬਿਜਲੀ ਦੀ ਘਾਟ ਵੱਡੇ ਪੱਧਰ 'ਤੇ ਜਿਹੜੀ ਹੈਗੀ ਦੇਖਣ ਨੂੰ ਮਿਲੇਗੀ। ਫਿਰ ਉਹ ਬਿਜਲੀ ਦੀ ਘਾਟ ਕਿਵੇਂ ਪੂਰੀ ਕੀਤੀ ਜਾਵੇਗੀ? ਹਾਂ, ਆਪਾਂ ਇਹ ਵੀ ਗੱਲ ਕਰਾਂਗੇ ਕਿ ਬਿਜਲੀ ਦੀ ਪੂਰਤੀ ਨੈਚੁਰਲੀ ਵੱਡਾ ਸਵਾਲ ਹੈਗਾ ਕਿ ਤੁਸੀਂ ਕਹਿੰਦੇ ਹੋ ਕਿ ਥਰਮਲ ਬੰਦ ਕਰ ਦਿਓ, ਅਤੇ ਜੇ ਥਰਮਲ ਬੰਦ ਕਰਨਾ ਬਿਜਲੀ ਘਟੇਗੀ, ਜਿੰਨੀ ਕਟੌਤੀ ਉਹ ਕਿਵੇਂ ਪੂਰਤੀ ਹੋਏਗੀ। ਪਰ ਉਸ ਤੋਂ ਪਹਿਲਾਂ ਮੈਂ ਆਤਿਸ਼ ਇਹ ਗੱਲ ਕਰਨਾ ਚਾਹਾਂਗਾ ਕਿ ਐਡਵੋਕੇਟ ਜਨਰਲ ਤੋਂ ਵੀ ਇਹਨਾਂ ਨੇ ਮਸ਼ਵਰਾ ਲਿਆ ਸੀਗਾ, ਜੋ ਟਰਮੀਨੇਸ਼ਨ ਦੀ ਗੱਲ ਚੱਲ ਰਹੀ ਸੀ। ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਆਧਾਰ ਵਾਲੀ ਗੱਲ ਕਰ ਲਈਏ ਕੰਪਲੀਟ, ਕਿ ਬੇਸ ਬਣਾਇਆ ਜਾਵੇ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਪਬਲਿਕ ਬੇਸ ਬਣਾਓ, ਤੁਸੀਂ ਇਹ ਕਹੋ ਕਿ ਜੇ ਤੁਸੀਂ ਇਹਨਾਂ ਨੂੰ ਰੱਦ ਕਰਨਾ ਹੈਗਾ ਕਿ ਇਹ ਸਾਡੇ ਖਜ਼ਾਨੇ ਦੀ ਲੁੱਟ ਹੋਈ ਹੈ, ਔਰ ਇਹ ਪੰਜਾਬ ਦੇ ਲੋਕਾਂ 'ਤੇ ਇੱਕ ਬੜਾ ਵੱਡਾ ਬੋਝ ਹੈ, ਔਰ ਪੰਜਾਬ ਸਰਕਾਰ ਹੈ ਜਿਹੜੀ ਇਹ ਬੋਝ ਹੈ ਜਿਹੜਾ ਹੁਣ ਚੱਕ ਨਹੀਂ ਸਕਦੀ। ਮਤਲਬ ਇਸ ਨੂੰ ਪਬਲਿਕ ਦਾ ਆਧਾਰ ਬਣਾਇਆ ਜਾਏ, ਪਬਲਿਕ ਨੂੰ ਆਧਾਰ ਬਣਾਇਆ। ਜਾਂ ਆਪਾਂ ਗੈਰ ਸਰਕਾਰੀ ਤੌਰ 'ਤੇ ਕਹਿਣਾ ਹੋਵੇ ਤਾਂ ਆਪਾਂ ਇਹ ਕਹਿ ਲਈਏ ਕਿ ਜਿਹੜੇ ਸਾਡੇ ਉਸ ਟਾਈਮ ਦੇ ਨੀਤੀ ਘਾੜੇ ਸੀਗੇ, ਉਹਨਾਂ ਨੇ ਕਾਰਪੋਰੇਟਾਂ ਨਾਲ ਮਿਲ ਕੇ ਇਸ ਕਿਸਮ ਦੇ ਜਿਹੜੇ ਸਮਝੌਤੇ ਆ ਫਾਲਟੀ ਕੀਤੇ ਨੇ, ਜਿਹਦਾ ਖਮਿਆਜ਼ਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਤਾਂ ਅੱਜ ਅਸੀਂ ਇੱਕ ਦਰਸ਼ਕਾਂ ਨਾਲ ਜਿਹੜਾ ਵੱਡਾ ਕੁਐਸਚਨ ਹੈ, ਉਹ ਸਵਾਲ ਹੈ, ਉਹ ਸਾਂਝਾ ਕਰਾਂਗੇ। ਉਹ ਇਹ ਹੈ ਕਿ ਫਿਰ ਸਮਝੌਤੇ ਰੱਦ ਕਿਵੇਂ ਹੋਣਗੇ। ਇੱਕ ਬਹੁਤ ਵੱਡਾ ਮਸਲਾ ਹੈ ਕਿ ਇਹ ਜਿਹੜੇ ਮੌਜੂਦਾ ਨੋਟਿਸ ਹੈ ਇਹ ਸਮਝੌਤੇ ਰੱਦ ਕਰਾ ਦੇਣਗੇ। ਮਾਰ ਤਾਂ ਕਹਿੰਦੇ ਕਿ ਬਿਲਕੁਲ ਰੱਦ ਨਹੀਂ ਹੋਣਗੇ ਜਿਹੜੇ ਨੋਟਿਸ ਹੁਣ ਤਿਆਰ ਕੀਤੇ ਜਾ ਰਹੇ ਹੈ। ਤਾਂ ਦੂਜਾ ਸਵਾਲ ਆਟੋਮੈਟਿਕਲੀ ਇਹ ਉੱਠਦਾ ਹੈਗਾ, ਤੇ ਫਿਰ ਰੱਦ ਕਿਵੇਂ ਹੋਣਗੇ। ਵੈਸੇ ਤਾਂ ਦੇਖੋ, ਜੇ ਜਿੰਨੀ ਕੁਮਾਰਾਂ ਨਾਲ ਗੱਲ ਹੋਈ ਹੈ ਉਹਦੇ ਲਿਹਾਜ਼ ਨਾਲ, ਜਾਂ ਕਾਨੂੰਨੀ ਲੋਕਾਂ ਨਾਲ ਗੱਲ ਹੋਈ ਹੈ, ਤਾਂ ਉਹਦੇ ਲਿਹਾਜ਼ ਨਾਲ ਇੱਕੋ ਹੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈਗੀ ਹੈ
ਕਿ ਤੁਸੀਂ ਇਸ ਦੇ ਵਿੱਚ ਇੱਕ ਕਲਾਜ਼ ਹੈਗੀ ਹੈ ਕਿ ਅਗਰ ਤੁਸੀਂ ਡਿਫਾਲਟ ਹੋ ਜਾਂਦੇ ਹੋ, ਅੱਜ ਪੰਜਾਬ ਸਰਕਾਰ ਪ੍ਰਾਈਵੇਟ ਥਰਮਲਾਂ ਨੂੰ ਕਹਿ ਦਿੰਦੀ ਹੈ ਕਿ ਅਸੀਂ ਤੁਹਾਡੇ ਤੋਂ ਬਿਜਲੀ ਹੈ ਜਿਹੜੀ ਨਹੀਂ ਲੈਣੀ ਜੀ ਜਾਂ ਅਸੀਂ ਜਿਹੜੀ ਬਿਜਲੀ ਲਈ ਹੈ ਅਸੀਂ ਤੁਹਾਡਾ ਬਿੱਲ ਨਹੀਂ ਦਿੰਦੇ, ਜੀ ਜਿਵੇਂ ਕਾਮ ਖਪਤਕਾਰ ਕਹਦੇ, ਤੁਸੀਂ ਡਿਫਾਲਟਰ ਹੋ ਜਾਓਗੇ। ਬਿਲਕੁਲ ਪ੍ਰਾਈਵੇਟ ਥਰਮਲਾਂ ਨੇ ਆਪਦੇ ਪੈਸੇ ਮੰਗਣੇ ਤੁਹਾਡੇ ਕੋਲੇ, ਤੁਸੀਂ ਕਹੋਗੇ ਅਸੀਂ ਦੇਣੇ ਨਹੀਂ, ਜੀ ਤਾਂ ਉਹ ਕੋਰਟ ਚਲੇ ਜਾਣਗੇ। ਫਿਰ ਕੋਰਟ 'ਚ ਤੁਸੀਂ ਡਿਫੈਂਡ ਕਰੋਗੇ ਕਿ ਅਸੀਂ ਕਿਉਂ ਨਹੀਂ ਦੇ ਸਕਦੇ। ਤੁਸੀਂ ਕਹੋਗੇ ਜੀ ਪੀਪੀਏ ਗਲਤ ਹੋਏ ਨੇ, ਮਹਿੰਗੀ ਬਿਜਲੀ ਹੈ, ਸਾਡੇ ਕੋਲੇ ਰਿਸੋਰਸਿਸ ਨਹੀਂ, ਲੋਕਾਂ ਤੇ ਬੋਝ ਹੈ। ਜੀ ਤੇ ਜੇ ਤੁਸੀਂ ਮੰਨ ਲਓ ਕੋਰਟ ਦੇ ਵਿੱਚੋਂ ਫੇਲ ਵੀ ਹੋ ਜਾਂਦੇ ਹੋ ਇਸ ਗੱਲ ਪਿੱਛੇ, ਜੀ ਤਾਂ ਅਤਿਸ਼ੇ ਹੋਏਗਾ ਕਿ ਅਲਟੀਮੇਟਲੀ ਕੀ ਹੋਏਗਾ। ਜੇ ਕੋਰਟ 'ਚੋਂ ਅਸੀਂ ਕੇਸ ਹਾਰ ਵੀ ਜਾਂਦੇ ਹਾਂ ਤਾਂ ਸਾਨੂੰ 3 ਸਾਲ ਲਈ ਉਹਨਾਂ ਨੂੰ ਫਿਕਸ ਚਾਰਜ ਦੇਣੇ ਪੈਣਗੇ। ਜੀ 3 ਸਾਲ ਫਿਕਸ ਚਾਰਜ ਦੇਣ ਤੋਂ ਬਾਅਦ ਅਸੀਂ ਉਹਨਾਂ ਨੂੰ ਬਾਏ ਕਰ ਸਕਦੇ ਹਾਂ ਕਿ ਅਸੀਂ ਤੁਹਾਡੇ ਕੋਲ ਬਿਜਲੀ ਨਹੀਂ ਲੈਣੀ। ਉਹਦੇ ਵਿੱਚ ਵੀ ਸਾਨੂੰ ਜਿਹੜਾ ਫਾਇਦੇ ਵਾਲਾ ਸੌਦਾ, ਜੇ ਸਰਕਾਰ ਇਸ ਰਾਹ ਪੈ ਜੇ ਬਿਲਕੁਲ, ਤਾਂ ਅਸੀਂ ਉਹਨੂੰ ਫਿਕਸ ਚਾਰਜ ਉਹਨੂੰ ਮੰਨ ਲਓ ਸਪੋਜ਼ 2 ਰੁਪਏ ਦੇ ਜੀਏ, ਇੱਧਰੋਂ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚੋਂ 3 ਰੁਪਏ ਬਿਜਲੀ ਖਰੀਦੀ ਜਾਈਏ ਤਾਂ ਸਾਨੂੰ 5 ਰੁਪਏ ਜਿਹੜੀ ਕਾਸਟ ਕਰੇਗੀ ਟੋਟਲ। ਹੁਣ ਅਸੀਂ ਲੈ ਰਹੇ ਹਾਂ 7 ਰੁਪਏ, ਤੇ 3 ਸਾਲ ਅਸੀਂ ਇਹਨਾਂ ਨੂੰ ਇਦਾਂ ਦੇ ਕੇ ਅਸੀਂ ਇਹਨਾਂ ਤੋਂ ਜਿਹੜਾ ਖਹਿੜਾ ਉਹ ਛਡਾ ਸਕਦੇ ਹਾਂ। ਜਿੱਥੋਂ ਤੱਕ ਪੂਰਤੀ ਦਾ ਸਵਾਲ ਹੈ, ਜਦੋਂ ਪ੍ਰਾਈਵੇਟ ਥਰਮਲ ਇਨ ਕੇਸ ਬੰਦ ਹੁੰਦੇ ਨੇ, ਜੇ ਆਪਾਂ ਸਮਝ ਲਈਏ ਕਿ ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਤਾਂ ਸਾਡੀ ਜਿਹੜੀ ਟਰਾਂਸਮਿਸ਼ਨ ਕੈਪੈਸਿਟੀ ਹੈ ਉਹ ਆਟੋਮੈਟਿਕਲੀ ਵੱਧ ਜਾਏਗੀ। ਹੁਣ ਪਿੱਛੇ ਜਦੋਂ ਥਰਮਲ ਦੇ ਤਲਵੰਡੀ ਵਾਲੇ ਦੇ ਬੰਦ ਹੋਏ 2 ਯੂਨਿਟ, ਸਾਡੀ ਕੈਪੈਸਿਟੀ ਵੱਧ ਗਈ ਸੀਗੀ, ਬਾਹਰੋਂ ਬਿਜਲੀ ਲੈਣੇ ਜਿਹਦੇ ਰਾਹੀਂ, ਤਾਂ ਟਰਾਂਸਮਿਸ਼ਨ ਕੈਪੈਸਿਟੀ ਇੱਕ ਤਾਂ ਆਟੋਮੈਟਿਕਲੀ ਵੱਧ ਜਾਏਗੀ। ਦੂਸਰਾ ਇਹਨਾਂ ਨੇ ਆਪ ਜਿਹੜੇ 3 ਮੈਂਬਰੀ ਪੈਨਲ ਹੈ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਅਸੀਂ ਤੁਹਾਡਾ ਜਿਹੜਾ ਹੈ ਟਰਾਂਸਮਿਸ਼ਨ ਕੈਪੈਸਿਟੀ ਹੈ ਪਹਿਲੇ ਸਾਲ 1000 ਮੈਗਾਵਾਟ ਵਧੇਗੀ, ਦੂਸਰੇ ਸਾਲ ਹੈ ਜਿਹੜੀ 1000 ਜਾਂ 1500 ਮੈਗਾਵਾਟ ਵਧੇਗੀ। ਤਾਂ ਇੰਨੇ ਕੁ ਨਾਲ ਸਾਡੀ ਜਿਹੜੀ ਪੂਰਤੀ ਹੈ ਉਹ ਹੋ ਜਾਣੀ ਹੈ। ਤਾਂ ਹੁਣ ਵੱਡੀ ਗੱਲ ਇਹੀ ਹੈ ਕਿ ਸਾਡੇ ਜਿਹੜੇ ਪੰਜਾਬ ਸਰਕਾਰ ਹੈ ਜਾਂ ਸਾਡੇ ਸਿਆਸਤਦਾਨ ਹੈ, ਅਗਰ ਸੱਚਮੁੱਚ ਚਾਹੁੰਦੇ ਨੇ ਕਿ ਲੋਕਾਂ ਨੂੰ ਅਸੀਂ ਸਸਤੀ ਬਿਜਲੀ ਦੇਣੀ ਜਿਸ ਤਰ੍ਹਾਂ ਪ੍ਰੋਮਿਸ ਕੀਤਾ ਹੈਗਾ, ਤਾਂ ਉਹਦੇ ਲਈ ਇਹਨਾਂ ਨੂੰ ਇੱਕ ਸਹੀ ਰੂਟ ਚੁਣਨਾ ਪਏਗਾ। ਉਹ ਰੂਟ ਜਿਹੜਾ ਤਾਂ ਇਹਨਾਂ ਨੂੰ ਮੰਜ਼ਿਲ ਤੇ ਪਹੁੰਚਾ ਸਕੇ, ਲੋਕਾਂ ਨੂੰ ਸਸਤੀ ਬਿਜਲੀ ਦਵਾ ਸਕੇ। ਜੇ ਤੁਸੀਂ ਲਿੰਕ ਸੜਕ ਤੇ ਪੈ ਗਏ ਹੋ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇ, ਕਿਉਂਕਿ ਚੋਣਾਂ ਦੇ ਵਿੱਚ ਸਿਰਫ 6 ਮਹੀਨੇ ਦਾ ਵਕਤ ਰਹਿ ਗਿਆ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਕਿ ਪੰਜਾਬ ਸਰਕਾਰ ਵੱਲੋਂ ਭਾਵੇਂ ਇੱਕ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦਾ ਹਾਂ ਦਾ ਨਾਰਾ ਜ਼ਰੂਰ ਮਾਰ ਦਿੱਤਾ, ਪਰ ਹਾਂ ਦੇ ਨਾਰੇ ਦੀ ਅਸਲ ਸੱਚਾਈ ਕੀ ਹੈ ਇਹ ਚਰਨਜੀਤ ਭੁੱਲਰ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਵੀ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਨੇ ਨਾਮ ਦਾ ਜਿਹੜਾ ਹੈਗੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀਆਂ ਗੱਲਾਂ ਕਰ ਰਹੀ ਹੈ, ਪਰ ਉਸ 'ਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਗੱਲ ਕੋਈ ਵੀ ਨਹੀਂ ਹੈ, ਉਸ ਵਿੱਚ ਤਾਂ ਕੁਝ ਹੋਰ ਹੀ ਗੱਲਾਂ ਨੇ। ਹੁਣ ਇਹ ਦੇਖਣਾ ਹੋਵੇਗਾ ਵੀ ਕਿ ਸਰਕਾਰ ਕੀ ਵਾਕਈ ਜਿਹੜੇ ਕਿ ਦਿਲੋਂ ਬਿਜਲੀ ਖਰੀਦ ਸਮਝੌਤੇ ਜਿਹੜੀ ਹੈ ਰੱਦ ਕਰਨ ਦੇ ਰਾਹ ਤੇ ਤੁਰਦੀ ਹੈ ਤਾਂ ਜੋ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।